ਅੰਮ੍ਰਿਤਸਰ ਦੇ ਵਿੱਚ ਬਣ ਰਹੇ ਇੱਕ ਨਿਰਮਾਣਾਧੀਨ ਹੋਟਲ ਕਰਕੇ ਕੁਝ ਘਰ ਤਬਾਹ ਹੋ ਗਏ ਸਨ ਤਾਂ ਜਿਸ ਦਾ ਮਾਮਲਾ ਬਹੁਤ ਜ਼ਿਆਦਾ ਗਰਮਾਇਆ ਸੀ ਔਰ ਮੀਡੀਆ ਦੀਆਂ ਸੁਰਖੀਆਂ ਬਣੀਆਂ ਸੀ। ਲੇਕਿਨ ਅੱਜ ਅਸੀਂ ਉਹਨਾਂ ਘਰਾਂ 'ਚ ਪੁੱਜੇ ਹਾਂ ਤੇ ਅੱਜ ਕਿਤੇ ਨਾ ਕਿਤੇ ਉਹਨਾਂ ਦੀ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਤਾਂ ਤਸਵੀਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਾਂਝੀ ਕੀਤੀ ਹੈ ਉਸ ਘਰ ਦੀ ਹੈ ਕਿ ਜਿਸ ਤਰੀਕੇ ਦੀ ਤਬਾਹੀ ਇੱਥੇ ਮਚੀ ਸੀ। ਦਰਅਸਲ ਜਦੋਂ ਇੱਕ ਹੋਟਲ ਦਾ ਨਿਰਮਾਣ ਚੱਲ ਰਿਹਾ ਸੀ ਤਾਂ ਇੱਥੇ ਅਚਾਨਕ ਦੀਵਾਰਾਂ 'ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਸ ਤੋਂ ਬਾਅਦ ਘਰ ਡਿੱਗਣੇ ਸ਼ੁਰੂ ਹੋ ਗਏ। ਦਰਅਸਲ ਦੋਨਾਂ ਪੱਖਾਂ ਵੱਲੋਂ ਇੱਕ ਦੂਸਰੇ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਕਿਤੇ ਨਾ ਕਿਤੇ ਕੋਈ ਅਣਗਹਿਲੀ ਹੋਈ ਹੈ। ਲੇਕਿਨ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਹੋਟਲ ਦੇ ਨਿਰਮਾਣ ਕਰਕੇ ਸਾਡਾ ਨੁਕਸਾਨ ਹੋਇਆ, ਲੇਕਿਨ ਹੋਟਲ ਮਾਲਿਕ ਆਪਣਾ ਤਰਕ ਦੇ ਰਿਹਾ ਸੀ ਕਿ ਉਸਨੇ ਨਿਯਮਾਂ ਦੇ ਤਹਿਤ ਇਸ ਪੂਰੀ ਬਿਲਡਿੰਗ ਨੂੰ ਤਿਆਰ ਕੀਤਾ ਹੈ। ਤਾਂ ਉਸ ਤੋਂ ਬਾਅਦ ਨੁਕਸਾਨ ਦੀ ਕਿਸ ਤਰੀਕੇ ਦਾ ਆਲਮ ਸੀ ਉਹ ਅਸੀਂ ਤੁਹਾਨੂੰ ਸਾਂਝਾ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜੀ ਬਿਲਡਿੰਗ ਡਿੱਗੀ ਸੀ ਉਸ ਦੇ ਵਿੱਚ ਕਿਸ ਤਰੀਕੇ ਨਾਲ ਤਰੇੜਾਂ ਆ ਗਈਆਂ ਸੀ ਤਾਂ ਇਮਾਰਤ ਪੂਰੀ ਇੱਥੋਂ ਦੀ ਧਰਾਸ਼ਾਹੀ ਹੋ ਗਈ ਸੀ ਤੇ ਜਿਹੜਾ ਅਸੀਂ ਉਹਦੇ ਕਰਕੇ ਘਰਾਂ 'ਚ ਨੁਕਸਾਨ ਹੋਇਆ। ਤੇ ਸੈਕੰਡਲੀ ਜਿਸ ਸਭ ਤੋਂ ਵੱਡੀ ਚੀਜ਼ ਜਿਹੜੀ ਤੁਹਾਨੂੰ ਅਸੀਂ ਇਹ ਖੱਡਾ ਦਿਖਾ ਰਹੇ ਹਾਂ, ਇਹ ਕੋਈ ਆਮ ਖੱਡਾ ਨਹੀਂ ਬਲਕਿ 40 ਤੋਂ 45 ਫੀਟ ਵੱਡਾ ਖੱਡਾ ਹੈ ਜੋ ਕਿ ਇੱਥੇ ਹੋ ਗਿਆ ਸੀ, ਜਿਸ ਕਰਕੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਲੋਕਾਂ ਨੂੰ ਇਹ ਸੀ ਕਿ ਸ਼ਾਇਦ ਉਹਨਾਂ ਦੇ ਆਸ਼ੀਆਨਾ ਤਬਾਹ ਹੋ ਚੁੱਕੇ ਨੇ, ਲੇਕਿਨ ਇਹ ਆਸ਼ੀਆਨਾ ਜਿਹੜੇ ਨੇ ਇੱਕ ਲੰਬੇ ਸੰਘਰਸ਼ ਦਾ ਰੂਪ ਧਾਰਨ ਕਰਕੇ ਜਦੋਂ ਕਿ ਇੱਕ ਲੰਬਾ ਸੰਘਰਸ਼ ਉਡੀਕਿਆ ਗਿਆ ਜਿਹਦੇ ਵਿੱਚ ਬਹੁਤ ਸਾਰੀ ਸਮਾਜ ਸੇਵੀ ਜਥੇਬੰਦੀਆਂ, ਰਾਜਨੀਤਿਕ ਆਗੂਆਂ ਨੇ ਸ਼ਿਰਕਤ ਕੀਤੀ ਤਾਂ ਹੋਟਲ ਮਾਲਕ ਤੇ ਦਬਾਅ ਬਣਿਆ ਕਿ ਆਖਿਰਕਾਰ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਲੇਕਿਨ ਜਿਹੜੀ ਬਰਬਾਦੀ ਦੀਆਂ ਤਸਵੀਰਾਂ ਨੇ ਇਹ ਬਿਲਕੁਲ ਹੈ ਇੱਕ ਬਿਲਡਿੰਗ ਦੇ ਗੈਰ ਨਿਰਮਾਣ ਕਰਕੇ ਹੋਇਆ। ਤਾਂ ਨਿਰਮਾਣ ਕਰਕੇ ਜਿਸ ਤਰੀਕੇ ਨਾਲ ਹੋਇਆ ਨੁਕਸਾਨ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਆਖਿਰਕਾਰ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ। ਲੇਕਿਨ ਭਰਪਾਈ ਤੇ ਆ ਕੇ ਕੰਪਨਸੇਸ਼ਨ ਦੇ ਉੱਤੇ ਇਹ ਮਸਲਾ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਤਾਂ ਉਸ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਅਤੇ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਆਪਸੀ ਸਹਿਮਤੀ ਬਣਦੀ ਹੋਈ ਨਜ਼ਰ ਆ ਰਹੀ ਹੈ। ਅੰਮ੍ਰਿਤਸਰ 'ਚ ਕੁਝ ਸਮਾਂ ਪਹਿਲੇ ਇੱਕ ਵੱਡਾ ਹਾਦਸਾ ਹੋਇਆ ਸੀ ਜਦੋਂ ਕਿ ਇੱਕ ਹੋਟਲ ਦੀ ਇਮਾਰਤ ਬਣ ਰਹੀ ਸੀ ਤੇ ਉਹਦੇ ਨਾਲ ਕੁਝ ਘਰਾਂ ਨੂੰ ਤਰੇੜਾਂ ਆਈਆਂ ਸੀ ਤੇ ਕੁਝ ਮਕਾਨ ਜਿਹੜੇ ਨੇ ਜੱਜਰ ਹਾਲਾਤ 'ਚ ਆ ਗਏ ਸਨ। ਲੇਕਿਨ ਅੱਜ ਉਹਦੇ ਵਿੱਚ ਸਹਿਮਤੀ ਬੰਦੀ ਨਜ਼ਰ ਆ ਰਹੀ ਹੈ ਤਾਂ ਦੋਨੋਂ ਪੱਖ ਅੱਜ ਇੱਥੇ ਇਕੱਤਰ ਹੋਏ ਨੇ ਤਾਂ ਦੋਨੋਂ ਪੱਖਾਂ ਦੇ ਵਿੱਚ ਆਪਸੀ ਕੋਈ ਸਹਿਮਤੀ ਬਣੀ ਹੈ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬਿਲਡਿੰਗਾਂ ਦਿਖਾ ਰਹੇ ਨੇ। ਇਮਾਰਤ ਜਿਹੜੀ ਤੁਸੀਂ ਵੇਖ ਰਹੇ ਹੋ ਇਹ 5 ਜਿਹੜੇ ਮਕਾਨ ਨੇ ਬਿਲਕੁਲ ਜਿਹੜੇ ਨੇ ਡਿੱਗਣ ਦੇ ਕਗਾਰ ਤੇ ਆ ਗਏ ਸੀ। ਦਰਅਸਲ ਹੋਟਲ ਦੀ ਇਮਾਰਤ ਦੇ ਨਾਲ ਇਹਨਾਂ ਨੂੰ ਕੁਝ ਨੁਕਸਾਨ ਪਹੁੰਚਿਆ ਸੀ, ਲੇਕਿਨ ਉਸ ਤੋਂ ਬਾਅਦ ਲੰਬਾ ਇੱਕ ਵਿਵਾਦ ਚੱਲਿਆ ਔਰ ਦੋਨਾਂ ਧੜਾਂ ਦੇ ਵਿੱਚ ਆਪਸੀ ਸਹਿਮਤੀ ਦੇ ਨਾਲ ਇਹ ਸਹਿਮਤੀ ਬਣੀ ਹੈ ਕਿ ਹੁਣ ਇਹਨਾਂ ਮਕਾਨਾਂ ਨੂੰ ਰੀਕਨਸਟਰਕਟ ਕੀਤਾ ਜਾਏਗਾ ਤਾਂ ਜਦੋਂ ਹੋਟਲ ਦੇ ਜਿਹੜੇ ਮਾਲਕ ਨੇ ਉਹ ਇਹਨੂੰ ਕੰਸਟਰਕਸ਼ਨ ਦੇ ਵਿੱਚ ਲੈ ਕੇ ਆਉਣਗੇ। ਤੇ ਸਾਡੇ ਨਾਲ ਸਭ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਰ, ਕਾਫੀ ਲੰਬਾ ਵਿਵਾਦ ਰਿਹਾ ਤੇ ਹੁਣ ਅੱਜ ਕੀ ਸਹਿਮਤੀ? ਵਿਵਾਦ ਤੇ ਹੈ ਨਹੀਂ ਤੇ ਪਰਿਵਾਰਿਕ ਮੈਂਬਰ ਸਾਰੇ, ਕੋਈ ਵਿਵਾਦ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਇਹ ਖੁਸ਼ ਨੇ ਤੇ ਮੈਂ ਵੀ ਖੁਸ਼ ਆ। ਬਣੇਗਾ ਜੀ, 6 ਮਹੀਨੇ ਦੇ ਵਿੱਚ ਬਣਾ ਕੇ ਨਵੇਂ ਬਣਾ ਕੇ ਦਿਆਂਗਾ ਮੈਂ। ਹਾਂ, ਉਹ ਵੀ ਐਮਐਲਏ ਸਾਹਿਬ ਨੇ ਕਿਹਾ, ਇਹਨਾਂ ਦੇ 5 ਮੈਂਬਰੀ ਸਾਡੀ ਕਮੇਟੀ ਨੇ ਕਰਨੇ, ਪਰਿਵਾਰ ਸਾਰਾ ਮੇਰੇ ਪਰਿਵਾਰ ਹੈਗੇ ਜਿੰਨੇ ਮੇਰੇ ਘਰ ਨੇ। ਮੈਂ ਇਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਉਸ ਤਰ੍ਹਾਂ ਬਣਾ ਕੇ ਦਾਂ। ਇੱਕੋ ਤਰ੍ਹਾਂ ਦੇ ਲੈਂਟਰ ਪੈਣਗੇ, ਇੱਕੋ ਤਰ੍ਹਾਂ ਦੇ ਔਰ ਐਗਰੀਮੈਂਟ ਵੀ ਇਹਨਾਂ ਨਾਲ ਕਰਤਾ ਸੀ। ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਐਗਰੀਮੈਂਟ ਦੀ ਕਾਪੀ ਸ਼ੋਅ ਕਰ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਐਗਰੀਮੈਂਟ ਹੈ ਦੋਵੇਂ ਧਿਰਾਂ ਦੇ ਵਿੱਚ ਹੋਇਆ ਹੈ, ਜਿਹਦੇ ਵਿੱਚ ਲਿਖਿਆ ਹੈ ਕਿ ਦਿਸ ਐਗਰੀਮੈਂਟ ਹੈਜ਼ ਬੀਨ ਐਗਜ਼ੀਕਿਊਟਿਡ ਔਨ 7 ਡੇ ਆਫ ਜੂਨ। ਤਾਂ ਇਹ ਜਿਹੜਾ ਉਹਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੇ ਸਾਰੀ ਚੀਜ਼ਾਂ ਨੇ ਜੋ ਵੀ ਨੁਕਸਾਨ ਹੋਇਆ ਉਸ ਦੀ ਭਰਪਾਈ ਕੀਤੀ ਜਾਏਗੀ। ਤਾਂ ਦੋਨੋਂ ਧਿਰ ਆਪਸ ਦੇ ਵਿੱਚ ਇੱਕ ਜਿਹੜੀ ਕਮੇਟੀ ਬਣੀ ਸੀ ਸਾਂਝੀ ਕਮੇਟੀ, ਤੇ ਉਸ ਤੋਂ ਬਾਅਦ ਸਹਿਮਤੀ ਬੰਦੀ ਨਜ਼ਰ ਆਈ ਨੇ। ਕਮੇਟੀ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ। ਸਰ, ਕੀ ਇੱਕ ਲੰਬੇ ਸਮੇਂ ਤੋਂ ਮੰਗ ਸੀ ਕਿ ਬਿਲਡਿੰਗ ਕਰਕੇ ਨੁਕਸਾਨ ਹੋਇਆ ਤੇ ਉਹਦੇ 'ਚ ਕੀ ਸਹਿਮਤੀ ਪ੍ਰਗਟਾਈ ਗਈ? ਸਹਿਮਤੀ ਇਹੀ ਪ੍ਰਗਟਾਈ ਗਈ ਕਿ 12 ਮਈ ਨੂੰ ਜਿਹੜਾ ਇੱਥੇ ਹਾਦਸਾ ਹੋਇਆ ਸੀ ਉਸ ਤੋਂ ਬਾਅਦ ਸਾਡੇ ਨੌਰ ਦੇ ਐਮਐਲਏ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਲਗਾਤਾਰ ਇਸ ਕਾਲੋਨੀ ਦੇ ਵਿੱਚ ਵਿਜ਼ਿਟ ਕਰਦੇ ਰਹੇ। ਉਹਦਾ ਨਤੀਜਾ ਹੋਇਆ ਕਿ ਵਿਜੇ ਸ਼ਰਮਾ ਜੀ ਨੇ ਵੀ ਨਾਲ ਹੀ ਪੂਰੀ ਕੋਆਪਰੇਟ ਕਰਨ ਦਾ ਪੂਰਾ ਅਸ਼ੋਰੈਂਸ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਮੈਂ ਭਰਪਾਈ ਕਰਨ ਨੂੰ ਤਿਆਰ ਹਾਂ। ਜੇ ਜਿਹੜੇ ਘਰ ਦੇ ਬਾਹਰ ਰਹਿਣਗੇ ਘਰ ਬਣਾਉਣ ਦੇ ਦੌਰਾਨ ਉਹਦਾ ਕਿਰਾਇਆ ਜੋ ਵੀ ਬੰਦਾ ਹੋਏਗਾ ਮੈਂ ਦੌਰਾਨ ਲਈ ਤਿਆਰ ਹੈ, ਦੇਣ ਲਈ ਤਿਆਰ ਹੈ। ਤੇ ਉਸ ਨੂੰ ਲੈ ਕੇ ਇੱਕ ਐਗਰੀਮੈਂਟ ਲਿਖਿਆ ਜਾਣਾ ਸੀ ਜਿਹੜਾ ਅੱਜ ਲਿਖਿਆ ਗਿਆ। ਤੇ ਇਹ ਸਿਰਫ ਔਰ ਸਿਰਫ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਨਿਰਦੇਸ਼ ਅਨੁਸਾਰ ਉਹਨਾਂ ਦੀ ਸਿੰਸੀਅਰਟੀ ਕਰਕੇ ਅਸੀਂ ਇਸ ਨਤੀਜੇ 'ਤੇ ਪਹੁੰਚੇ। ਕੁਝ ਘਰ ਦੇ ਜਿਹੜੇ ਮਾਲਕ ਵੀ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੋ ਕਿ ਲੰਬੇ ਸਮੇਂ ਤੋਂ ਇੱਕ ਨੌਜਵਾਨ ਆਗੂ ਨੇ ਸਿਮਰਨ ਜੋ ਕਿ ਆਵਾਜ਼ ਚੁੱਕਦੇ ਨਜ਼ਰ ਆਏ ਸਨ। ਤਾਂ ਸਿਮਰਨ ਜੀ, ਕੀ ਤੁਹਾਡਾ ਤੁਸੀਂ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਤੁਹਾਨੂੰ ਕਵਰ ਕਰ ਰਹੇ ਸੀ, ਕਿੰਨੇ ਮਕਾਨ ਟੋਟਲ ਡੈਮੇਜ ਹੋਏ ਸੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ? ਟੋਟਲ 5 ਮਕਾਨ ਸੀ ਜਿਹੜੇ ਬਿਲਕੁਲ ਡੈਮੇਜਡ ਤੇ ਜਿਹੜੇ 4 ਨਾਲ ਲੱਗਦੇ ਸੀਗੇ ਉਹਨਾਂ 'ਚ ਮਾਈਨਰ ਕ੍ਰੈਕਸ ਨੇ ਤੇ ਮੇਜਰ ਜਿਹੜੇ ਟੋਟਲੀ ਡੈਮੇਜਡ ਉਹ 5 ਘਰ, ਜਿਸ 'ਚ ਇੱਕ ਮੇਰਾ ਘਰ ਸੀਗਾ। ਜਿਹੜਾ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਥੱਕਣਾ ਉਹ ਇੱਕ ਬਹੁਤ ਵੱਡਾ ਤਣਾਅ ਰਹਿੰਦਾ ਜ਼ਿੰਦਗੀ ਦਾ। ਜਿਸ ਦੌਰ 'ਚੋਂ ਅਸੀਂ ਨਿਕਲੇ ਹਾਂ ਸਾਨੂੰ ਪਤਾ, ਰੱਬ ਨੂੰ ਪਤਾ ਜਾਂ ਜਿਹੜੇ ਮੇਰੇ ਨਾਲ ਮੈਂਬਰ ਨੇ। ਪਰ ਸਾਡੀ ਸਭ ਤੋਂ ਵੱਧ ਖੁਸ਼ਕਿਸਮਤੀ ਹੈ ਕਿ ਸਾਡੇ ਹਿੱਸੇ ਕੁੰਵਰ ਵਿਜੇ ਪ੍ਰਤਾਪ ਜੀ ਆਏ। ਜੇ ਉਹ ਨਾ ਹੁੰਦੇ ਤੇ ਸ਼ਾਇਦ ਅੱਜ ਕਈ ਹੋਰ ਅਰਚਨਾ ਆ ਸਕਦੀਆਂ ਸੀ। ਪਰ ਸ਼ੁਕਰਗੁਜ਼ਾਰ ਅਸੀਂ ਉਹਨਾਂ ਮਾਲਕਾਂ ਦੇ ਜਿਨ੍ਹਾਂ ਦਾ ਨਾਮ ਵਿਜੇ ਸ਼ਰਮਾ, ਜਿਨ੍ਹਾਂ ਨੇ ਸਹਿਮਤੀ ਜਤਾਈ ਹੈ। ਤੇ ਸਾਨੂੰ ਸਭ ਤੋਂ ਜ਼ਿਆਦਾ ਜੇ ਮੈਂ ਤਹਿ ਦਿਲੋਂ ਜੇ ਮੈਂ ਜਿਹਨੂੰ ਇੱਕ ਕਵਾਂ ਜੀ ਉਹ ਵਾਕਈ ਨਿਆਂ ਦਾ ਇੱਕ ਮਾਲਕ ਹੈ ਕੁੰਵਰ ਵਿਜੇ ਪ੍ਰਤਾਪ।
ਔਰ ਉਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਜਿਹੜੀਆਂ, ਮੈਂ ਅਕਸਰ ਹੀ ਇਹ ਗੱਲ ਇਹਨਾਂ ਦੇ ਪਿੱਠ ਤੇ ਵੀ ਕਹਿਣਾ ਤੇ ਅੱਜ ਮੂੰਹ ਤੇ ਕਹਿਣ ਨੂੰ ਵੀ ਤਿਆਰ ਹਾਂ, ਵਿਸ਼ਾਲ ਦੇਵਰਾਜ ਜੀ ਉਹਨਾਂ ਚੋਂ ਇੱਕ ਨੇ, ਅਮਨ ਜੀ ਉਹਨਾਂ ਚੋਂ ਇੱਕ, ਅਜੇ ਸਰੀਨ ਜੀ, ਖਾਲੜਾ ਜੀ, ਉਹਨਾਂ 'ਚ ਗੁਲਬਾਗ ਸਿੰਘ ਜੀ, ਸਾਡੇ ਕਮੇਟੀ ਨੂੰ ਰਿਪਰੈਜ਼ੈਂਟ ਕਰਨ ਵਾਲੇ ਸੁਸਾਇਟੀ ਨੂੰ ਦਵਿੰਦਰ ਸਿੰਘ ਲਵਲੀ ਜੀ, ਸਾਡੇ ਸਾਰੇ ਘਰਾਂ ਨੇ ਬੜਾ ਬਣ ਗਈ ਤੁਹਾਡੀ, ਆਰ ਯੂ ਸੈਟੀਸਫਾਈਡ? ਜੀ ਬਿਲਕੁਲ, ਜੋ ਅੱਜ ਸਹਿਮਤੀ ਦੇਖੋ, ਹਰ ਚੀਜ਼ ਬੈਠ ਕੇ ਟੇਬਲ ਟਾਕ ਕਰਕੇ ਹੀ ਸੁਲਝਾਈ ਜਾ ਸਕਦੀ ਹੈ। ਦੁਨੀਆ ਦਾ ਕੋਈ ਐਸਾ ਮਸਲਾ ਨਹੀਂ ਹੈ ਜਿਹੜਾ ਟੇਬਲ ਟਾਕ ਕਰਕੇ ਨਹੀਂ ਸੁਲਝਾਇਆ ਜਾ ਸਕਦਾ। ਇਹ ਇੱਕ ਚੰਗੀ ਮਿਸਾਲ ਹੈ ਕਿ ਲੋਕਾਂ ਨੇ ਆਪਸੀ ਬਹਿ ਕੇ ਰਾਜੀਨਾਮਾ ਕੀਤਾ, ਨਹੀਂ ਤਾਂ ਅਕਸਰ ਕੋਰਟ ਕਚਹਿਰੀਆਂ ਦੇ ਚੱਕਰ ਪੈਂਦੇ, ਥਾਣੇ ਦੇ ਚੱਕਰ ਪੈਂਦੇ ਆ। ਲੇਕਿਨ ਅੱਜ ਅਸੀਂ ਸਾਰੇ ਦੇਖ ਰਹੇ ਇਕੱਠੇ, ਤੁਸੀਂ ਦੇਖ ਸਕਦੇ ਹੋ ਕਿ ਕਿਤੇ ਇੱਕ ਵੇਲੇ ਦੂਰੀਆਂ ਸੀ ਲੇਕਿਨ ਅੱਜ ਨਜ਼ਦੀਕੀਆਂ ਬੰਦੀਆਂ ਨਜ਼ਰ ਆ ਰਹੀਆਂ ਨੇ, ਸਾਰੇ ਇਕੱਠੇ ਨੇ ਹੱਥ ਮਿਲਾ ਕੇ ਇੱਕ ਦੂਸਰੇ ਦੇ ਨਾਲ। ਤਾਂ ਜਿਹੜਾ ਬੈਠ ਕੇ ਇੱਕ ਵਾਰੀ ਘਰ ਪਰਿਵਾਰਾਂ ਦੇ ਵਿੱਚ ਹੋਇਆ ਹੈ, ਅੱਜ ਤੱਕ 50 ਸਾਲ 'ਚ ਕਿਸੇ ਪਾਰਟੀ ਨੇ ਕਿਤੇ ਪੈਸੇ ਨਹੀਂ ਦਿੱਤੇ। ਇਹ ਸਾਡੇ ਐਮਐਲਏ ਸਾਹਿਬ ਦੀ ਗੱਲ ਹੈ, ਇਹ ਸਾਡੇ ਸਾਰੇ ਪਰਿਵਾਰ ਰੇਲ ਹਾਦਸੇ ਸਾਰੇ, ਤੁਸੀਂ ਵੀ ਪ੍ਰੋਫੈਸਰ ਵਾਲਿਆਂ ਨੇ ਬੜੀ ਮਦਦ ਕੀਤੀ ਹੈ, ਇਹਨਾਂ ਨੇ ਵੀ ਕੀਤੀ, ਇਲਾਕੇ ਵਾਲਿਆਂ ਨੇ ਵੀ ਕੀਤੀ ਹੈ। ਮੈਂ ਬਹੁਤ ਖੁਸ਼ ਹਾਂ ਵੀ ਸਾਡਾ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ ਤੇ ਅਸੀਂ ਉਸੇ ਖੁਸ਼ੀ 'ਚ ਹੀ ਸਾਰਾ ਕੁਝ ਕੰਮ ਕਰ ਰਹੇ ਹਾਂ। ਇੱਕ ਹੋਰ ਸਵਾਲ ਹੈ, ਇੱਕ ਤੁਹਾਡੇ ਨਾਲ ਇੱਕ ਹੋਰ ਵਿਵਾਦ ਜੁੜਿਆ ਹੋਟਲ ਵਾਲੇ ਦਾ, ਕਿ ਉਹ ਵੀ ਇਹਦਾ ਪਾਰਟ ਹੈ? ਮਹਾਰਾਜ ਉਹਨੂੰ ਮੱਥਾ ਟੇਕੋ, ਉਹਦਾ ਕਰਕੇ ਤੇ ਬੇੜਾ ਕਰਕੇ ਹੋਇਆ, ਉਹ ਵਾ ਛੱਡੋ ਤੁਸੀਂ, ਉਹ ਇਹ ਜਹਾ ਉਹਦਾ ਨਾ ਨਾਲ ਹੁਣ ਇਹਦੇ ਵਿੱਚ ਸਾਰੇ ਜਿਹੜੇ ਸਾਰੇ ਠੀਕ ਨੇ, ਮੇਰਾ ਪਰਿਵਾਰ ਹੈ, ਗੱਲ ਖਤਮ। ਕਿਰਾਇਆ ਵੀ ਨਹਿਸ਼ ਹੈਗਾ ਜੀ, ਉਹਦਾ ਨਾਂ ਨਾਲ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਨਾ। ਤੇ ਇਹ ਬਿਲਡਿੰਗ ਜਿਹੜੀ ਹੈ, ਮਕਾਨ ਜਿਹੜੇ 5 ਜਿਹੜੇ ਡਿੱਗੇ ਸਨ, ਤਾਂ ਉਹ ਜਿਹੜੇ ਨੇ ਹੁਣ ਬਣਨਗੇ। ਤਾਂ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਨਾ ਮਕਾਨਾਂ ਦੀਆਂ। ਇਹ ਮਕਾਨ ਤੁਹਾਨੂੰ ਅਸੀਂ ਅੰਦਰ ਜਾ ਕੇ ਵੀ ਦਿਖਾਣੇ ਕਿ ਆਖਿਰਕਾਰ ਇਹਨਾਂ ਦੀ ਮੁਸ਼ਕਲ ਕੀ ਸੀ, ਤਾਂ ਘਰਾਂ ਦੇ ਕੀ ਹਾਲਾਤ ਨੇ ਅਸੀਂ ਤੁਹਾਨੂੰ ਦਿਖਾਣਾ ਚਾਹਾਂਗੇ। ਕਿ ਘਰ ਹੈ, ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਪਿੱਛੇ ਜਿਹੜਾ ਹੋਟਲ ਤਿਆਰ ਹੋ ਰਿਹਾ ਸੀ, ਤਾਂ ਉਸ ਦੀ ਜਦੋਂ ਖੁਦਾਈ ਚੱਲ ਰਹੀ ਸੀ ਤਾਂ ਉਸ ਵੇਲੇ ਇਹ ਬਿਲਡਿੰਗ ਡਿੱਗਦੀ ਹੈ, ਤਾਂ ਇਸ ਦੇ ਵਿੱਚ ਜਿਹੜਾ ਹੈ ਪੂਰੇ ਘਰ ਦਾ ਘਰ ਹੀ ਤਬਾਹ ਹੋ ਗਿਆ। ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਦੀਵਾਰ ਤੇ ਜਿਸ ਤਰੀਕੇ ਨਾਲ ਤਰੇੜਾਂ ਆਈਆਂ ਸਨ, ਤਾਂ ਉਹ ਤਰੇੜਾਂ ਅੱਜ ਵੀ ਗਵਾਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਕ ਨੁਕਸਾਨ ਇਹਨਾਂ ਲੋਕਾਂ ਦਾ ਹੋਇਆ ਸੀ। ਤੇ ਉਸ ਤੋਂ ਬਾਅਦ ਤੁਹਾਨੂੰ ਇਹ ਖੱਡਾ ਦਿਖਾ ਰਹੇ ਹਾਂ ਕਿ ਜਿਹੜਾ ਇੱਕ ਖੱਡਾ ਬਹੁਤ ਵੱਡਾ ਪੈ ਗਿਆ ਸੀ, ਜਿਹਦੇ ਘਰ ਵਿੱਚ ਕੀ ਕਾਫੀ ਘਰ ਦਾ ਮਲਬਾ ਡਿੱਗ ਗਿਆ ਸੀ। ਤਾਂ ਉਸ ਤੋਂ ਬਾਅਦ ਘਰਾਂ ਨੂੰ ਕਾਫੀ ਨੁਕਸਾਨ ਸੀ ਔਰ ਲੋਕ ਜਿਹੜੇ ਨੇ ਗਲੀ 'ਚ ਆਪਣੇ ਸੌਂਦੇ ਰਹੇ। ਲੋਕ ਜਦੋਂ ਗਰਮੀ ਦੇ ਵਿੱਚ ਏਸੀ ਚਲਾ ਕੇ ਸੌਂਦੇ ਸਨ, ਲੇਕਿਨ ਇਹ ਲੋਕ ਗਰਮੀਆਂ 'ਚ ਸੌ ਕੇ ਆਪਣਾ ਗੁਜ਼ਾਰਾ ਕਰਦੇ ਨੇ। ਬਟ ਅਸੀਂ ਚਰਚਾ ਇਹਨਾਂ ਲੋਕਾਂ ਨਾਲ ਜਾਰੀ ਰੱਖਾਂਗੇ ਕਿ ਆਖਿਰਕਾਰ ਕਿੱਥੇ ਜਿੱਤੇ। ਸਿਮਰਨ ਜੀ, ਇੱਕ ਕਿਸ ਤਰ੍ਹਾਂ ਸਮਝਦੇ ਹੋ ਕਿ ਆਖਿਰਕਾਰ ਤੁਸੀਂ ਕਿਹਨੂੰ ਬਤੌਰ, ਤੁਸੀਂ ਪੱਤਰਕਾਰ ਦੇ ਤੌਰ ਤੇ ਵੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਕੀ ਸਮਝਦੇ ਹੋ ਕਿ ਕਿਹਦੀ ਜਿੱਤ ਹੋਈ? ਜਿੱਤ ਹਿਊਮੈਨਿਟੀ ਦੀ, ਇਨਸਾਨੀਅਤ ਦੀ ਹੋਈ ਹੈ, ਇੱਕ ਸੱਚਾਈ ਦੀ ਜਿੱਤ ਹੋਈ ਹੈ। ਕਿਉਂਕਿ ਇਹ ਸੰਘਰਸ਼ ਕੋਈ ਸੌਖਾ ਸੰਘਰਸ਼ ਨਹੀਂ ਸੀ। ਬੇਸ਼ੱਕ ਇਸ 'ਚ ਲਗਭਗ 1 ਮਹੀਨੇ ਤੋਂ ਉੱਪਰ ਦਾ ਸਮਾਂ ਲੱਗਾ, ਪਰ ਉਹ ਇੰਨਾ ਕੁ ਕਠਿਨ ਸਮਾਂ ਸੀਗਾ ਜਿਸ 'ਚ ਅਸੀਂ ਦਿਨ ਰਾਤ ਸੜਕਾਂ ਤੇ 15 ਦਿਨ ਲਗਾਤਾਰ ਗੁਜ਼ਾਰੇ। ਅੱਤ ਦੀ ਸਿਖਰ ਦੀ ਗਰਮੀ ਦੇ ਵਿੱਚ ਰਾਤਾਂ ਨੂੰ ਇੱਥੇ ਜਾਨਵਰ ਫਿਰਦੇ ਸੀ, ਉਹਨਾਂ ਦੇ ਲਾਗੇ ਹੀ 1-2 ਘੰਟਾ ਨੀਂਦ ਆਉਂਦੀ ਸੀ, ਨਹੀਂ ਤਾਂ ਨੀਂਦ ਨਹੀਂ ਸੀ ਆਉਂਦੀ ਸੜਕਾਂ 'ਚ। ਉਸ ਤੋਂ ਵੱਡਾ ਜਿਹੜਾ ਸਭ ਤੋਂ ਝਟਕਾ ਸੀਗਾ ਉਹ ਮਾਨਸਿਕ ਸੀਗਾ, ਕਿਉਂਕਿ ਦਿਨ ਰਾਤ ਸੁਪਨਿਆਂ 'ਚ ਵੀ ਇਹੀ ਆਉਂਦਾ ਸੀ ਸਾਡਾ ਘਰ। ਹੁਣ ਤੁਸੀਂ ਜਿਹੜਾ ਜੋ ਐਫਰਟ ਹੋਇਆ ਕਿ ਅਸੀਂ ਆਪਸੀ ਰਾਜੀਨਾਮਾ ਹੋਇਆ, ਕਿਆ ਤੁਸੀਂ ਸਮਝਦੇ ਹੋ ਕਿ ਲੋਕਾਂ ਨੂੰ ਵੀ ਇਸ ਤਰ੍ਹਾਂ ਰਾਜੀਨਾਮੇ ਤੇ ਆਉਣਾ ਚਾਹੀਦਾ ਤਾਂ ਕਿ ਅਸੀਂ ਕਚਹਿਰੀਆਂ ਤੋਂ ਖਾਸ ਕਰਕੇ ਅਗਰ ਥਾਣਿਆਂ ਤੋਂ ਦੂਰ ਰਹੀਏ ਤੇ ਆਪਣੀ ਜ਼ਿੰਦਗੀ ਨੂੰ ਹੋਰ ਜਿਹੜਾ ਮਾਨਸਿਕ ਤਣਾਅ ਤੋਂ ਘਟਾ ਸਕੀਏ? ਜੀ ਬਿਲਕੁਲ, ਬਹੁਤ ਵੱਡਾ ਰੋਲ ਆ, ਕਿਉਂਕਿ ਜਦੋਂ ਟੇਬਲ ਟਾਕ ਹੈ, ਇੰਡੀਆ ਪਾਕਿਸਤਾਨ ਕਈ ਐਸੇ ਮਸਲੇ ਆ ਜਿਹੜੇ ਕਿ ਬੈਠ ਕੇ ਸੁਲਝਾ ਲੈਂਦੇ, ਤੇ ਫਿਰ ਘਰਾਂ ਦੇ ਮਸਲੇ ਸੀਗੇ ਜਿਹੜੇ ਉਸ ਮਾਲਕ ਕਰਕੇ ਹੋਏ ਜਾਂ ਇਸ ਕਰਕੇ ਹੋਏ। ਜਦੋਂ ਤੱਕ ਤੁਸੀਂ ਟੇਬਲ ਟਾਕ ਕਰਕੇ ਸਹਿਮਤੀ ਨਹੀਂ ਜਤਾਉਂਦੇ, ਕਿਤੇ ਤੁਹਾਨੂੰ ਝੁਕਣਾ ਪੈਂਦਾ, ਕਿਸੇ ਨੂੰ ਕਈ ਵਾਰੀ ਝੁਕਾਉਣਾ ਵੀ ਪੈਂਦਾ, ਪਰ ਹਮੇਸ਼ਾ ਹੱਕ ਤੇ ਹਲਾਲ ਦੀ ਗੱਲ ਕੀਤੀ ਜਾਏ। ਜਦੋਂ ਤੁਸੀਂ ਨਜਾਇਜ਼ ਕਰਦੇ ਹੋ, ਉਦੋਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਟੇਬਲ ਟਾਕ ਦਾ ਵੀ ਕੋਈ ਨਤੀਜਾ ਨਿਕਲਦਾ। ਹੁਣ ਕੋਈ ਚੀਜ਼ਾਂ ਅਸੀਂ ਕੰਪਰੋਮਾਈਜ਼ ਕੀਤੀਆਂ, ਕੁਝ ਇਹਨਾਂ ਨੇ ਕੀਤੀਆਂ, ਉਹੀ ਇੱਕ ਨਤੀਜਾ ਜਿਹੜਾ ਐਗਰੀਮੈਂਟ ਸਾਈਨ ਹੋਇਆ। ਇਹ ਤੁਹਾਨੂੰ ਅਸੀਂ ਘਰਾਂ ਦੇ ਹਾਲਾਤ ਦਿਖਾਏ ਨੇ ਕਿ ਕਿਸ ਤਰ੍ਹਾਂ ਦੇ ਘਰਾਂ ਦੇ ਹਾਲਾਤ ਸਨ, ਲੇਕਿਨ ਹੁਣ ਆਪਸੀ ਰਾਜੀਨਾਮੇ ਦੇ ਤਹਿਤ ਇਹ ਵਿਵਾਦ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਤੇ ਜਿਹਦੇ ਕਿ ਹੋਟਲ ਮਾਲਕ ਵੱਲੋਂ ਹੁਣ ਇਹਨਾਂ ਘਰਾਂ ਦਾ ਨਿਰਮਾਣ ਖੁਦ ਆਪਣੇ ਪੱਧਰ ਤੇ ਕੀਤਾ ਜਾਏਗਾ ਤੇ ਨਾਲ ਹੀ ਨਾਲ ਜਿੰਨੀ ਦੇਰ ਤੱਕ ਉਹ ਕਿਰਾਏ ਤੇ ਰਹਿਣਗੇ ਉਹਨਾਂ ਦਾ ਕਿਰਾਇਆ ਵੀ ਹੋਟਲ ਦੇ ਮਾਲਕ ਜੋ ਕਿ ਜਿਹੜਾ ਹੋਟਲ ਨਿਰਮਾਣ ਕਰ ਰਹੇ ਸੀ ਵਿਜੇ ਸ਼ਰਮਾ, ਉਹਨਾਂ ਵੱਲੋਂ ਦਿੱਤਾ ਜਾਏਗਾ। ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।